ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਸ਼ਲੋਕ ਮਹੱਲਾ ਪਹਿਲਾ। ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿੰਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹਾ ਵਿਸਮਾਦ ਉੱਜੜ ਵਿਸਮਾਦ ਰਾਹਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜੂਰ ਵੇਖ ਵਿਡਾਣ ਰਿਹਾ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ। ਮਹੱਲਾ ਪਹਿਲਾ। ਕੁਦਰਤ ਦਿਸੇ ਕੁਦਰਤ ਸੁਣੀਏ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬੀ ਆਕਾਰ ਕੁਦਰਤ ਵੇਦ ਪੁਰਾਣ ਕਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੇ ਅੰਦਰ ਵੇਖੈ ਵਰਤੇ ਤਾਂ ਕੋ ਤਾਕ ਪੌੜੀ ਆ ਪੀਨੇ ਭੋਗ ਭੋਗ ਕੈ ਹੋਏ ਭਸਮਣ ਬੌਰ ਸਿਧਾਇਆ ਵੱਡਾ ਹੋਵਾ ਦੁਨੀਦਾਰ ਕਲ ਸੰਗਲ ਘਤ ਚਲਾਇਆ ਅੱਗੇ ਕਰਨੀ ਕੀਰਤ ਬਾਚੀਏ ਬੇ ਲੇਖਾ ਕਰ ਸਮਝਾਇਆ ਥਾਮ ਨ ਹੋਵਈ ਪਾਉਂਦਈ ਹੁਣ ਸੁਣੀਏ ਕਿਆ ਰੁਵਾਇਆ ਮਨ ਅੰਧੇ ਜਨਮ ਗਵਾਇਆ ਮਨ ਅੰਧੇ ਜਨਮ ਗਵਾਇਆ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਰਸਨਾ ਪਵਿੱਤਰ ਕਰੋ ਤੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਆਸ ਦੀ ਵਾਰ ਦਾ ਵਿਚਾਰ ਸਵੇਰ ਤੋਂ ਆਰੰਭ ਹੋਇਆ ਹੈ। ਦੋ ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ। ਅੱਜ ਤੀਸਰੀ ਪੌੜੀ ਦੀ ਵਿਚਾਰ ਆਰੰਭ ਹੁੰਦੀ ਹੈ। ਆਸਾ ਦੀ ਵਾਰ ਦਾ ਪਹਿਲਾ ਸਰੂਪ ਕੇਵਲ ਪੌੜੀਆਂ ਹੀ ਸਨ। ਸ਼ਲੋਕ ਬਾਅਦ 'ਚ ਐਡ ਕੀਤੇ ਗਏ ਹਨ। ਇਸ ਬਾਤ ਦੀ ਸੂਚਨਾ ਦਿੱਤੀ ਹੈ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਗਈ ਅਤੇ ਆਸਾ ਦੀ ਵਾਰ ਦੇ ਮੁੱਢ ਵਿੱਚ ਚੇਤਾਵਨੀ ਦਿੱਤੀ ਹੈ ਕਿ ਵਾਰ ਸ਼ਲੋਕਾਂ ਨਾਲ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਵਾਰ ਸ਼ਲੋਕ ਦਾ ਨਾਲ ਲਿਖ ਰਿਹਾ ਹਾਂ। ਮੈਂ ਯਤਨ ਕੀਤਾ ਹੈ ਕਿਉਂਕਿ ਪੌੜੀਆਂ ਮਹੱਲੇ ਪਹਿਲੇ ਦੀਆਂ ਹਨ। ਸ਼ਲੋਕ ਵੀ ਚੁਣ ਚੁਣ ਕੇ ਮਹੱਲੇ ਪਹਿਲੇ ਦੇ ਮੈਂ ਨਾਲ ਲਿਖ ਰਿਹਾ ਹਾਂ। ਇਸੇ ਤਰ੍ਹਾਂ ਸਾਰੀਆਂ ਵਾਰਾਂ 22 ਵਾਰਾਂ ਹਨ ਤਕਰੀਬਨ, ਪਹਿਲੇ ਪੌੜੀਆਂ ਹੀ ਸਨ। ਸ਼ਲੋਕ ਐਡ ਕੀਤੇ ਗੁਰੂ ਅਰਜਨ ਸਾਹਿਬ ਨੇ ਜਦੋਂ ਬੀੜ ਤਿਆਰ ਕੀਤੀ। ਜਿਹੜੇ ਸ਼ਲੋਕ ਬਚ ਗਏ ਉਹ ਅਖੀਰ 'ਤੇ ਜਾ ਕੇ ਲਿਖੇ। ਉਹਨਾਂ ਦਾ ਹੈਡਿੰਗ ਹੈ ਸ਼ਲੋਕ ਵਾਰਾਂ ਤੋਂ ਵਧੇਕ। ਜਿਹੜੇ ਸ਼ਲੋਕ ਵਾਰਾਂ ਤੋਂ ਬਚ ਗਏ ਉਹ ਇੱਥੇ ਲਿਖੇ ਜਾ ਰਹੇ ਹਨ।
ਤੋਂ ਪਹਿਲਾ ਸਰੂਪ ਆਸਣ ਦੀ ਵਾਰ ਦਾ ਸਿਰਫ 24 ਪੌੜੀਆਂ ਹੀ ਸਨ। ਜੇ ਇਹਨਾਂ ਪੌੜੀਆਂ ਦੀ ਵਿਚਾਰ ਕਰੀਏ, ਇਹ ਪੌੜੀਆਂ ਆਪਸ ਵਿੱਚ ਇਸ ਤਰ੍ਹਾਂ ਜੁੜੀਆਂ ਹੋਈਆਂ ਹਨ ਜਿਵੇਂ ਸਗਲ ਦੀ ਸਗਲੀ ਜੁੜੀ ਹੋਈ ਹੁੰਦੀ ਹੈ। ਪਹਿਲੀ ਪੌੜੀ 'ਚ ਕਿਹਾ ਹੈ, ਆਪ ਪੀਨੇ ਆਪ ਸਾਜਿਓ, ਆਪ ਪੀਨੇ ਰਚਿਓ ਨਾਓ, ਦੂਈ ਕੁਦਰਤ ਸਾਜੀਏ, ਕਰ ਆਸਣ ਡਿਠੋ ਚਾਓ। ਦਾਤਾ ਕਰਤਾ ਆਪ ਤੂੰ, ਤੁਸ ਦੇਵੇਂ ਕਰੇ ਪਸਾਓ, ਤੂੰ ਜਾਣੋ ਇਹ ਸਭ ਸੇ, ਤੇ ਲੈਸੈਂ ਜਿੰਦ ਕਵਾਓ, ਕਰ ਆਸਣ ਡਿਠੋ ਚਾਓ। ਕਿ ਹੇ ਵਾਹਿਗੁਰੂ, ਸਭ ਤੋਂ ਪਹਿਲੇ ਆਪਣੀ ਆਪ ਨੂੰ ਤੂੰ ਆਪ ਪੈਦਾ ਕੀਤਾ। ਕਦੋਂ ਕੀਤਾ, ਕਿਵੇਂ ਕੀਤਾ, ਕਿਉਂ ਕੀਤਾ, ਇਹਦਾ ਕੋਈ ਜਵਾਬ ਨਹੀਂ ਹੈ। ਇੱਕੋ ਹੀ ਉੱਤਰ ਹੈ, ਜਾਂ ਕਰਤਾ ਸਿੱਠੀ ਕੋ ਸਾਜੇ, ਆਪੇ ਜਾਣੇ ਸੋਈ। ਉਹ ਆਪ ਹੀ ਜਾਣਦਾ ਹੈ ਉਹਨੇ ਜਿਹੜੀ ਸ੍ਰਿਸ਼ਟੀ ਪੈਦਾ ਕੀਤੀ ਹੈ, ਕਦੋਂ ਕੀਤੀ ਹੈ, ਕਿਉਂ ਕੀਤੀ ਹੈ, ਉਹ ਜਾਣਦਾ ਹੈ। ਉਸਨੇ ਆਪਣੇ ਆਪ ਨੂੰ ਆਪ ਪੈਦਾ ਕੀਤਾ, ਕਦੋਂ ਕੀਤਾ, ਕਿਵੇਂ ਕੀਤਾ, ਕਿਉਂ ਕੀਤਾ, ਉਹ ਜਾਣਦਾ ਹੈ। ਉਸਨੇ ਆਪਣਾ ਨਾਮ ਵੀ ਆਪ ਰਚਿਆ। ਆਪੇ ਨੇ ਆਪ ਸਾਜਿਓ, ਆਪੇ ਨੇ ਰਚਿਓ ਨਾਓ। ਨਾਮ ਤੇ ਵਾਹਿਗੁਰੂ ਇੱਕ ਵਿੱਚ ਹਨ। ਦੂਈ ਕੁਦਰਤ ਸਾਜੀ, ਦੂਸਰੀ ਕੁਦਰਤ ਹੈ। ਵਾਹਿਗੁਰੂ ਤੇ ਵਾਹਿਗੁਰੂ ਦਾ ਨਾਮ ਇੱਕ ਵਿੱਚ ਹਨ, ਦੂਜੀ ਕੁਦਰਤ ਹੈ। ਕਈ ਥਾਂ 'ਤੇ ਐਸਾ ਵੀ ਜ਼ਿਕਰ ਆਉਂਦਾ ਹੈ ਕਿ ਵਾਹਿਗੁਰੂ ਤੋਂ ਵੱਡੀ ਕੋਈ ਚੀਜ਼ ਹੈ ਤਾਂ ਵਾਹਿਗੁਰੂ ਦਾ ਨਾਮ ਹੈ। ਵੱਡਾ ਸਾਹਿਬੇ ਉੱਚਾ ਥਾਓ, ਉੱਚੇ ਉੱਪਰ ਉੱਚਾ। ਉਸ ਵਾਹਿਗੁਰੂ ਤੋਂ ਵੀ ਉਹਦਾ ਨਾਂ ਵੱਡਾ ਹੈ, ਉੱਚਾ ਹੈ। ਫਿਰ ਇਹ ਖਾਸ ਬਾਤ ਨਹੀਂ ਹੈ ਕਿ ਜਿਹੜੀ ਕੁਦਰਤ ਪੈਦਾ ਕੀਤੀ ਹੈ, ਦੂਈ ਕੁਦਰਤ ਸਾਜੀਏ, ਉਸ ਕੁਦਰਤ ਵਿੱਚ ਆਪ ਆਸਣ ਲਗਾ ਕੇ ਬੈਠਾ ਹੋਇਆ ਹੈ ਔਰ ਸਭ ਕੁਝ ਦੇਖ ਰਿਹਾ ਹੈ ਔਰ ਸਭ ਕੁਝ ਮਰਜ਼ੀ ਅਨੁਸਾਰ ਚਲਾ ਰਿਹਾ ਹੈ। ਕਰ ਆਸਣ ਵੇਖੇ, ਕਰ ਆਸਣ ਡਿਠੋ ਚਾਓ। ਆਸਣ ਲਗਾ ਕੇ ਬੈਠਾ ਹੋਇਆ ਹੈ ਔਰ ਚਾਅ ਨਾਲ ਦੇਖ ਰਿਹਾ ਹੈ, ਚਲਾ ਰਿਹਾ ਹੈ ਆਪਣੀ ਬਣਾਈ ਸ੍ਰਿਸ਼ਟੀ ਨੂੰ। ਜਿੱਥੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹਦੇ ਜੀਵ ਪੈਦਾ ਕੀਤੇ। ਨਾਨਕ ਜੀ ਉਪਾਇ ਕੇ, ਫਿਰ ਲਿਖ ਨਾਵੇਂ ਧਰਮ ਬਹਾਲਿਆ। ਜੀਵਾਂ ਦੇ ਚੰਗੇ ਮੰਦੇ ਕਰਮਾਂ ਨੂੰ ਲਿਖਣ ਲਈ ਧਰਮਰਾਜ ਨੇ ਬਿਠਾ ਦਿੱਤਾ। ਲਿਖ ਨਾਵੇਂ, ਨਾਵੇਂ ਪੁਰਾਤਨ ਪੰਜਾਬੀ ਦਾ ਸ਼ਬਦ ਹੈ। ਆ ਸਾਰੇ ਬਜ਼ੁਰਗ ਜਾਣਦੇ ਨਾ, ਆੜਤੀਆਂ ਕੋਲੋਂ ਕਹਿੰਦੇ ਮੇਰਾ ਨਾਵਾਂ ਕੱਢੇ, ਮੇਰਾ ਖਾਤਾ ਕੱਢੇ। ਅੱਜ ਕੱਲ੍ਹ ਅਕਾਊਂਟ ਆਖਦੇ ਨੇ, ਮੇਰਾ ਅਕਾਊਂਟ ਕੱਢੇ, ਉਸ ਨਾਵੇਂ ਕਹਿੰਦੇ ਹਨ। ਆਮਦਨ ਜਮ੍ਹਾਂ, ਮੇਰਾ ਨਾਵਾਂ ਕੱਢੇ। ਲਿਖ ਨਾਵੇਂ ਧਰਮ ਬਹਾਲਿਆ। ਨਾਵੇਂ ਲਿਖਣ ਲਈ, ਖਾਤੇ ਲਿਖਣ ਦੇ ਲਈ, ਚੰਗੇ ਮੰਦੇ ਕਰਮ ਲਿਖਣ ਦੇ ਲਈ ਬਿਠਾਤਾ ਧਰਮਰਾਜ ਨੂੰ। ਨਾਨਕ ਜੀ ਉਪਾਇ ਕੇ ਲਿਖ ਨਾਵੇਂ ਧਰਮ ਬਹਾਲਿਆ। ਸੱਚੋ ਸੱਚ ਨਿਬੜੇ ਚੁਣਵਾ ਕੱਢੇ ਜੇ ਜਮਾਲਿਆ। ਉੱਥੇ ਸੱਚੋ ਸੱਚ ਦਾ ਬੇੜਾ ਹੁੰਦਾ ਹੈ। ਚੁਣਵਾ ਕੱਢੇ ਜੇ ਜਮਾਲਿਆ। ਇਹ ਜਜਮਾਲੇ ਹੁੰਦੇ ਨੇ, ਜੁਰਮ ਵਾਲੇ ਹੁੰਦੇ ਨੇ, ਜਾਂ ਜੁਰਮ ਕੀਤੇ ਹੁੰਦੇ ਨੇ, ਪਾਪ ਕੀਤੇ ਹੁੰਦੇ ਨੇ, ਉਹਨੂੰ ਚੁਣ ਕੇ ਵੱਖਰਾ ਕੀਤਾ ਜਾਏ, ਕਰਤਾ ਚਾਹੁੰਦਾ ਹੈ। ਚੁਣਵਾ ਕੱਢੇ ਜਮਾਲਿਆ। ਥਾਂ ਨ ਪਾਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲਿਆ। ਉੱਥੇ ਉਹਨੂੰ ਥਾਂ ਨਹੀਂ ਮਿਲਦੀ, ਉਹਨਾਂ ਦੇ ਮੂੰਹ ਕਾਲੇ ਹੁੰਦੇ ਹਨ, ਦੋਜ਼ਖ ਲਿਜਾਏ ਜਾਂਦੇ ਹਨ। ਮੂੰਹ ਕਾਲੇ ਦੋਜ਼ਖ ਚਾਲਿਆ। ਥਾਂ ਨ ਪਾਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲਿਆ। ਨਾ ਰਤੇ ਸਿੱਜਣ ਗਏ, ਜਿਹੜੇ ਨਾਮ ਵਿੱਚ ਰੰਗੇ ਗਏ, ਮਨੁੱਖਾ ਜਨਮ ਦੀ ਬਾਜ਼ੀ ਜਿੱਤ ਗਏ। ਹਾਰ ਗਏ ਸੇ ਠੱਗਣ ਵਾਲਿਆ। ਜਿਹੜੇ ਲੋਕਾਂ ਨੂੰ ਠੱਗਦੇ ਰਹੇ ਉਹ ਆਪਣਾ ਮਨੁੱਖਾ ਜਨਮ ਦੀ ਬਾਜ਼ੀ ਹਾਰ ਗਏ। ਜਿਹੜੇ ਹਾਰ ਗਏ, ਕਿਉਂ ਹਾਰ ਗਏ, ਉਹਦਾ ਕਾਰਨ ਦੱਸਿਆ ਹੈ ਪੌੜੀ ਨੰਬਰ 3 ਵਿੱਚ। ਅਤੇ ਨਾਲ ਦੱਸਿਆ ਕੁਦਰਤ ਦਾ ਜ਼ਿਕਰ ਕਿ ਕਿਹੜੀ ਕੁਦਰਤ ਹੈ। ਇਹ ਸਾਰਾ ਜ਼ਿਕਰ ਸ਼ਲੋਕ ਤੋਂ ਸੁਣੇ ਕੁਦਰਤ ਦਾ, ਕਿ
सब ही कुदरत है, कुदरत का जिक्र है। विस्माद नाद, विस्माद वेद, विस्माद जीव, विस्माद रूप, विस्माद रंग, ये सारी कुदरत है। इस कुदरत के अंदर विराजमान है तो सब कुछ देख रहा है। जो लोग इस कुदरत के अंदर फस गए, मोह माया च फस गए, आपी च पै गए, होंबे च पै गए, होंबे च पै करके आपी ने भोग भोग के भोगों में पै गए। ये खाना है, ये पीना है, ये पहनना है, भोगों च पै गए। अज तितर खाना है, अज मुर्गा खाना है, अज पानी चीज खानी है, भोगों च पै गए। आपी ने भोग भोग के भोगों च पै गए, खाण पीण च पै गए। अखीर की होया होए बसमड़, अखीर ये शरीर स्वाद की ढेरी हो गया। ये शरीर स्वाद की ढेरी होना ही होना है। भावें को लखां वरियां जी लवे तां भी शरीर स्वाद की ढेरी होना है। जे सै वरियां जीवना भी तन हो सीखे। आप पीने भोग भोग के होए भस्मड़ भौर सधाया। ये शरीर अखीर स्वाद की ढेरी हो गया तो जीव आत्मा जी है वह तुर गई, परलोक में तुर गई, लिखा देन चली गई। होए भस्मड़ भौर भौर सधाया। भौर जी जीव आत्मा है वो शरीर छड़ के चली गई। बड़ा हवा दुनीदार गल संगल गत चलाया। इस दुनिया के अंदर किड्डा बड़ा दुनीदार बन जाए, लखा करोड़ा इकट्ठे कर लवे। कई होए ने किड्डे किड्डे राजी होए, बहुत कुछ इकट्ठा किया। लंका गढ़ सोने का भया, मूर्ख रावण क्या देगा। दसो यदि सारी लंका सोने दी जी, किले सोने का सी, दस मूर्ख रावण की लेके गया। रोमे पांडु भय मजूर, जिनके स्वामी रह दूर। जिन्हों के कोल हमेशा कृष्ण भगवान रहते सन, वक्त आया वो भी मजबूर बने तो वह भी रुने। बड़े बड़े राजे रोए, बड़े बड़े धन वाले, कारू बादशाह वर्गे, होर अनेका ही। गुरु नानक साहब गए ईरान के अंदर, पता लगा इतने बादशाह है कारू इतना जालिम है कि कब्रां दे विचों भी मुर्दियां दे मूँह चों रुपये कढ़ के इकट्ठे किए हुए हैं। उन समझावन दे लई गुरु नानक साहब उहदे रस्ते च ठिकरियां लै करके बह गए घड़न। लंघिया, हाथी चढ़े होया, कहते फकीरो की कर रहे हो। तो गुरु नानक साहब कहन लगे रुपये बना रहे हैं, रुपये ठिकरियां दे। की करोगे जे मरांगे तो नाल लेके जावांगे। नहीं नाल किवें जाणगे, जिवें तू ले जावेगा, 40 गज तू भर रखिया है, तू किवें ले जावेगा। जे तेरे नहीं जाणगे तो साढ़े भी नहीं जाणगे, जे तू ले जावेगा तो असीं भी ले जावांगे। कारू नूं होश आ गई, हाथे तो उतरे आग जन डिग पिया। कहते तू पहला फकीर मैंने मिलया है जिस मैनूं ये अकल दिता है कि ये धन नाल नहीं जाना, सब तेरे जाना है। वड्डा होवा दुनीदार, दुनिया में बड़े 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 होए, अरबापति होए, करोड़ापति होए, जिन्हों की धन का कोई अंत ही नहीं होए। बड़ा हुआ दुनियादार, आखिर की होया गल संगल का चलाया। उन्होंने गल संगल पा करके ले चले, जमदूत ले चले, ले जाते हैं। गल संगल पा करके ले जाते हैं, गल संगल गत चलाया। अगे करनी किरत वाचिए, अगे जा करके धर्मराज दे कीते हुए कर्मां नूं वाचदा है, पढ़ के सुणावदा है।
ਇਹਨੇ ਇਹ ਕਰਮ ਕੀਤੇ, ਇਹਨੇ ਇਹ ਕਰਮ ਕੀਤੇ, ਇਹਨੇ ਇਹ ਕੰਮ ਕੀਤੇ। ਕਰਮੀ ਕਰਮੀ ਹੋਏ ਵਿਚਾਰ, ਵਿਚਾਰ ਹੁੰਦਾ ਹੈ। ਗੁਰੂ ਨਾਨਕ ਕਹਿੰਦੇ ਨੇ ਮਤ ਸਮਝੋ, ਹਰ ਕਿਸੇ ਪੁੱਛਣਾ ਨਹੀਂ ਹੈ, ਹਿਸਾਬ ਕਿਤਾਬ ਹੋਣਾ ਹੈ। ਇੱਕ ਇੱਕ ਕੀਤੇ ਕਰਮ ਦਾ ਹਿਸਾਬ ਹੋਵੇਗਾ। ਲਿਖੇ ਬੋਲਣ ਬੋਲੀਏ, ਲੇਖੇ ਸਾਸ ਗਿਰਾਸ, ਇੱਕ ਇੱਕ ਸਵਾਸ ਦਾ ਲੇਖਾ ਹੋਵੇਗਾ। ਨਾਨਕ ਆਖੇ ਰੇ ਮਨਾ, ਸੁਣੀਏ ਸਿੱਖ ਸਹੀ, ਮੇਰੀ ਸਹੀ ਬਾਤ ਸੁਣ ਲਓ। ਲੇਖਾ ਰਬ ਮਗੇਸੀਆ, ਬੈਠਾ ਕੱਢ ਵਹੀ, ਤਲਮਾ ਪੌਸਨ ਆਕੀਆਂ, ਬਾਕੀ ਜਿਨਾ ਰਹੀ। ਅਜਰਾਇਲ ਫਰਿਸ਼ਤਾ, ਹੋਸ਼ੀ ਆਏ ਤਹੀ। ਅਖੀਰ ਮੌਤ ਦੇ ਦੇਵਤੇ ਨੇ ਆ ਜਾਣਾ ਹੈ ਅਤੇ ਸਗਲ ਗੱਤ ਕੇ ਲੈ ਜਾਣਾ ਹੈ। ਸਗਲ ਗੱਤ ਚਲਾਇਆ, ਅੱਗੇ ਜਾ ਕੇ ਕਰਨੀ ਕੀਰਤ ਵਾਚੀਏ, ਕੀਤੇ ਹੋਏ ਕਰਮਾਂ ਦੀ ਵਿਚਾਰ ਹੋਵੇਗੀ। ਦੱਸੇਗਾ ਧਰਮਰਾਜ ਤੇ ਇਹ ਕਰਮ ਕੀਤਾ, ਤੇ ਇਹ ਕਰਮ ਕੀਤਾ, ਤੇ ਇਹ ਕਰਮ ਕੀਤਾ, ਵਿਚਾਰ ਹੋਵੇਗੀ। ਅੱਗੇ ਕਰਨੀ ਕੀਰਤ ਵਾਚੀਏ, ਕੀਤੇ ਹੋਏ ਕਰਮਾਂ ਦੀ ਵਿਚਾਰ ਹੋਵੇਗੀ। ਧਰਮਰਾਜ ਪੜ੍ਹ ਕੇ ਸੁਣਾਵੇਗਾ, ਤੂੰ ਆਹ ਕਰਮ ਕੀਤੇ ਹਨ, ਇਹ ਕਰਮ ਤੂੰ ਕੀਤੇ ਹਨ। ਲਿਖਦਾ ਰਹਿੰਦਾ ਧਰਮਰਾਜ, ਲਿਖ ਨਾਵੇਂ ਧਰਮ ਬਹਾਲਿਆ ਜਾ, ਨਾਮ ਲਿਖੇ ਬਿਠਾਇਆ ਹੋਇਆ ਹੈ, ਉਹ ਤਾਂ ਪੜ੍ਹ ਕੇ ਸੁਣਾਉਂਦਾ ਹੈ। ਅੱਗੇ ਆਹ ਤੂੰ ਕੀਤਾ, ਇਹ ਕੀਤਾ। ਅੱਗੇ ਕਰਨੀ ਕੀਰਤ ਵਾਚੀਏ, ਵਾਚੀ ਉਹਨੇ ਨੇ ਆਵਾਜ਼ ਪੜ੍ਹ ਕੇ ਸੁਣਾਵਣਾ। ਬਜ਼ੁਰਗ ਕਹਿੰਦੇ ਸੀ ਚਿੱਠੀ ਆਵੇ ਨਾ ਕੋਈ, ਜੇ ਪੜ੍ਹੇ ਨਹੀਂ ਸੀ ਹੁੰਦੇ, ਜਿਹਨੇ ਆਖਦਾ ਚਿੱਠੀ ਮੇਰੀ ਆਵਾਜ਼ ਨਹੀਂ, ਜਰਾ ਪੜ੍ਹ ਕੇ ਸੁਣਾ ਦੇ। ਕਰਨੀ ਕੀਰਤ ਵਾਚੀਏ, ਪੜ੍ਹ ਕੇ ਸੁਣਾਵਣਾ, ਵਾਚਿਆ ਜਾਵੇਗਾ। ਤੂੰ ਆਹ ਕੀਤਾ, ਬਈ ਲੇਖਾ ਕਰ ਸਮਝਾਇਆ, ਬਿਠਾ ਕਰਕੇ ਲੇਖਾ ਰੱਖ ਕੇ ਸਮਝਾਇਆ ਜਾਵੇਗਾ ਕਿ ਆਹ ਤੂੰ ਕੰਮ ਕੀਤਾ, ਆਹ ਕਰਮ ਕੀਤਾ, ਫਲਾਣੇ ਟਾਈਮ 'ਤੇ ਇਹ ਕੀਤਾ, ਫਲਾਣੇ ਟਾਈਮ 'ਤੇ ਇਹ ਕੀਤਾ, ਸਾਰਾ ਸਮਝਾਇਆ ਜਾਵੇਗਾ। ਉਹਦੇ ਕੀ ਹੋਵੇਗਾ? ਥੌਨ ਹੋਵਈ ਪਾਉਂਦਈ। ਉੱਥੇ ਫਿਰ ਇਸ ਬੰਦੇ ਨੂੰ ਇੱਕ ਖੜੋਣ ਜੋਗੀ ਥਾਂ ਵੀ ਨਹੀਂ ਮਿਲੇਗੀ। ਖੜ੍ਹੇ ਹੋਣ ਲਈ ਇੱਕ ਪਾਉਂ ਦੀ, ਪੈਰ ਦੀ ਵੀ ਥਾਂ, ਜਿਹੜੀ ਪੈਰ ਦੀ ਵੀ ਥਾਂ ਵੀ ਨਹੀਂ ਮਿਲੇਗੀ। ਥੌਨ ਹੋਵਈ ਪਾਉਂਦਈ। ਹੁਣ ਸੁਣੀਏ ਕਿਆ ਰਵਾਇਆ। ਉੱਥੇ ਜਿੱਥੇ ਸੁਣੇ ਰੋਵੇਗਾ, ਪੁਕਾਰ ਕਰੇਗਾ, ਤਾਂ ਕਹਿ ਸੁਣਨੀ ਹੈ। ਉੱਥੇ ਪੁਕਾਰ ਕਿਸੇ ਨੇ ਨਹੀਂ ਸੁਣਨੀ। ਉੱਥੇ ਤਾਂ ਲੇਖਾ ਹੋਵੇਗਾ, ਮਨ ਅੰਧੇ ਜਨਮ ਗਵਾਇਆ। ਅੰਨੇ ਮਨ ਵਾਲੇ ਨੇ ਆਪਣਾ ਮਨੁੱਖਾ ਜਨਮ ਭੋਗਾਂ ਵਿੱਚ ਪੈ ਕਰਕੇ, ਪਦਾਰਥਾਂ 'ਚ ਪੈ ਕਰਕੇ ਗਵਾ ਲਿਆ। ਮਨ ਅੰਧੇ ਜਨਮ ਗਵਾਇਆ, ਅੰਨੇ ਮਨ ਵਾਲੇ ਜਨਮ ਗਵਾ ਲਿਆ। ਭੋਗਾਂ 'ਚ ਪੈ ਕਰਕੇ, ਪਦਾਰਥਾਂ 'ਚ ਪੈ ਕਰਕੇ ਮਨੁੱਖਾ ਜਨਮ ਗਵਾ ਲਿਆ, ਮਿਰਥਾ ਗਵਾਇਆ। ਸਵਾਸ ਭਲੇ ਨਾ ਕੀਤੇ, ਸਿਮਰਨ ਨਹੀਂ ਕੀਤਾ, ਨਾਮ ਨਹੀਂ ਜਪਿਆ, ਮਾੜੇ ਕੰਮਾਂ ਵਿੱਚ ਪਿਆ ਰਿਹਾ, ਖਾਣ ਪੀਣ 'ਚ ਹੀ ਲੱਗਾ ਰਿਹਾ, ਭੋਗਾਂ 'ਚ ਹੀ ਲੱਗਾ ਰਿਹਾ, ਭੋਗ ਭੋਗ ਕੇ ਅਖੀਰ ਸਰੀਰ ਸਵਾਦੀ ਢੇਰੀ ਹੋ ਗਿਆ। ਜਿਸ ਸਰੀਰ ਦੀ ਖਾਤਰ ਇਹ ਸਾਰਾ ਜ਼ੋਰ ਲਾਉਂਦਾ ਰਿਹਾ, ਖਾਣ ਪੀਣ ਦੇ ਉੱਤੇ ਹੀ ਉਹ ਸਰੀਰ ਸਵਾਦੀ ਢੇਰੀ ਹੋ ਗਿਆ ਅਤੇ ਜੀਵ ਆਤਮਾ ਤੁਰ ਗਈ। ਅੱਗੇ ਜਾ ਕੇ ਲੇਖਾ ਦਿੱਤਾ ਜੀਵਾਤਮਾ ਨੇ, ਆਹ ਕੀਤਾ, ਆਹ ਕੀਤਾ। ਉੱਥੇ ਫਿਰ ਥਾਂ ਨਾ ਹੋਵੇ ਪਾਉਂਦੀ, ਇੱਕ ਪੈਰ ਜਿੰਨੀ ਵੀ ਥਾਂ ਨਹੀਂ ਮਿਲ ਸਕੇਗੀ, ਉਹਦੇ ਖੜ੍ਹਾ ਨਹੀਂ ਹੋ ਸਕੇਗਾ। ਮਨ ਅੰਧੇ ਜਨਮ ਗਵਾਇਆ, ਅੰਨੇ ਮਨ ਵਾਲੇ ਨੇ ਜਨਮ ਗਵਾ ਲਿਆ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਮਨੁੱਖਾ ਜਨਮ ਸਫਲਾ ਕਿਵੇਂ ਹੋਵੇ। ਅੰਨੇ ਮਨ ਵਾਲੇ ਜਨਮ ਤਾਂ ਗਵਾ ਲਿਆ, ਜਨਮ ਸਫਲਾ ਕਿਵੇਂ ਹੋਵੇ। ਤਾਂ ਪੌੜੀ ਨੰਬਰ 4 ਕਹਿੰਦੇ ਨੇ, ਮਨੁੱਖਾ ਜਨਮ ਸਫਲਾ ਤਾਂ ਹੁੰਦਾ ਹੈ, ਨਦਰ ਕਰੇ ਜੇ ਆਪਣੀ, ਤਾਂ ਨਦਰੀ ਸਤਿਗੁਰ ਪਾਇਆ। ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਪੂਰਾ ਗੁਰ ਮਿਲਦਾ ਹੈ। ਨਦਰ ਕਰੇ ਜੇ ਆਪਣੀ, ਤਾਂ ਨਦਰੀ ਸਤਿਗੁਰ ਪਾਇਆ। ਸਤਿਗੁਰ ਦੀ ਬਖਸ਼ਿਸ਼ ਹੁੰਦੀ ਹੈ। ਵਾਹਿਗੁਰੂ ਦੀ ਕਿਰਪਾ ਹੋਵੇ, ਨਦਰ ਹੋਵੇ ਤਾਂ ਗੁਰ ਮਿਲਦਾ ਹੈ। ਨਦਰ ਕਰੇ ਜੇ ਆਪਣੀ, ਤਾਂ ਨਦਰੀ ਸਤਿਗੁਰ ਪਾਇਆ।
ਉਹਦੀ ਕਿਰਪਾ ਦ੍ਰਿਸ਼ਟੀ ਨਾਲ ਗੁਰੂ ਮਿਲਦਾ ਹੈ। ਇਹ ਜੀਉ ਮੋਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਇਹ ਜੀਵ ਆਤਮਾ ਜੋ ਅਨੇਕਾਂ ਜੂਨ ਅੰਦਰ ਭਟਕ ਰਹੀ ਹੈ, ਭਰਮ ਰਹੀ ਹੈ, ਇਸ ਨੂੰ ਪੂਰਾ ਗੁਰੂ ਸ਼ਬਦ ਸੁਣਾਉਂਦਾ ਹੈ, ਉਸ ਸ਼ਬਦ ਨਾਲ ਜੋੜਦਾ ਹੈ। ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਪੂਰਾ ਗੁਰ ਮਿਲਦਾ ਹੈ। ਇਹ ਬਾਤ ਸਮਝਣ ਵਾਲੀ ਹੈ। ਇੱਕ ਸਿਧਾਂਤ ਰੱਖਿਆ ਹੈ ਗੁਰੂ ਨਾਨਕ ਸਾਹਿਬ ਨੇ ਕਿ ਵਾਹਿਗੁਰੂ ਦੀ ਕਿਰਪਾ ਬਗੈਰ ਗੁਰੂ ਨਹੀਂ ਮਿਲਦਾ, ਅਤੇ ਗੁਰੂ ਦੀ ਕਿਰਪਾ ਬਗੈਰ ਵਾਹਿਗੁਰੂ ਨਹੀਂ ਮਿਲਦਾ। ਪੌੜੀ ਨੰਬਰ 4 ਕਹਿੰਦੇ ਨੇ ਵਾਹਿਗੁਰੂ ਦੀ ਕਿਰਪਾ ਹੋਵੇਗੀ ਤਾਂ ਗੁਰੂ ਮਿਲੇਗਾ, ਅਤੇ ਪੌੜੀ ਨੰਬਰ 6 ਕਹਿੰਦੇ ਨੇ ਮੈਨੂੰ ਸਤਿਗੁਰ ਕਿਨੇ ਨਾ ਪਾਇਓ, ਮੈਨੂੰ ਸਤਿਗੁਰ ਕਿਨੇ ਨਾ ਪਾਇਆ। ਗੁਰੂ ਤੋਂ ਬਗੈਰ ਅੱਜ ਤੱਕ ਕਿਸੇ ਵਾਹਿਗੁਰੂ ਨਹੀਂ ਪਾਇਆ, ਨਾ ਕੋ ਪਾ ਸਕੇਗਾ। ਵਾਹਿਗੁਰੂ ਦੀ ਕਿਰਪਾ ਬਗੈਰ ਗੁਰੂ ਨਹੀਂ ਮਿਲਦਾ, ਔਰ ਗੁਰੂ ਦੀ ਕਿਰਪਾ ਬਗੈਰ ਵਾਹਿਗੁਰੂ ਨਹੀਂ ਮਿਲਦਾ। ਤੁਸੀਂ ਕਹੋਗੇ ਸਾਨੂੰ ਤਾਂ ਗੁਰੂ ਮਿਲੇ ਹੋਏ, ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ, ਗ੍ਰੰਥ ਸਾਡਾ ਗੁਰੂ ਹੈ, ਸਾਨੂੰ ਮਿਲਿਆ ਹੋਇਆ ਹੈ। ਅਸੀਂ ਰੋਜ਼ ਦਰਸ਼ਨ ਕਰਦੇ ਹਾਂ, ਰੋਜ਼ ਆ ਕੇ ਮੱਥਾ ਟੇਕਦੇ ਹਾਂ, ਭੇਟਾ ਦਿੰਦੇ ਹਾਂ, ਸਾਰਾ ਗੁਰੂ ਸਾਡੇ ਕੋਲ ਹੈ, ਸਾਨੂੰ ਤਾਂ ਗੁਰੂ ਮਿਲਿਆ ਹੋਇਆ ਹੈ। ਪਰ ਸਾਧ ਸੰਗਤ ਜੀਓ, ਥੋੜ੍ਹਾ ਜਿਹਾ ਡੂੰਘੀ ਵਿਚਾਰ ਕਰਨ ਦੀ ਲੋੜ ਹੈ ਕਿ ਸਾਡਾ ਗੁਰੂ, ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਪੱਤਰੇ ਹਨ, ਕਾਗਜ਼ ਹਨ, ਜੋ ਜਿਲਦ ਹੈ, ਜਾਂ ਪਾਲਕੀ ਹੈ, ਰੁਮਾਲਾ ਹੈ, ਇਹ ਸਾਰੇ ਗੁਰੂ ਹੈ? ਨਹੀਂ, ਸਾਡਾ ਗੁਰੂ ਹੈ ਸ਼ਬਦ। ਜਿੰਨਾ ਚਿਰ ਸ਼ਬਦ ਨਾਲ ਨਹੀਂ ਜੁੜਦਾ ਉਨਾ ਚਿਰ ਗੁਰੂ ਨਹੀਂ ਮਿਲਦਾ। ਗੁਰੂ ਦਾ ਮੇਲ ਨਹੀਂ ਹੁੰਦਾ। ਸ਼ਬਦ ਨਾਲ ਜੁੜਨਾ ਹੀ ਗੁਰੂ ਦਾ ਮਿਲਾਪ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠਾ ਹੋਇਆ ਵੀ ਜੇ ਸ਼ਬਦ ਸੁਰ ਦਾ ਮੇਲ ਨਹੀਂ ਹੋਇਆ, ਸ਼ਬਦ ਨਾਲ ਨਹੀਂ ਜੁੜਿਆ, ਕਿ ਬਈ ਵੇਖਦੇ ਹਾਂ ਅਸੀਂ ਕਿ ਕੀਰਤਨ ਹੋ ਰਿਹਾ ਹੁੰਦਾ ਹੈ, ਪਾਠ ਹੋ ਰਿਹਾ ਹੁੰਦਾ ਹੈ, ਸੁਰਤੀ ਕਿਤੇ ਹੁੰਦੀ ਹੈ, ਧਿਆਨ ਕਿਤੇ ਹੁੰਦਾ ਹੈ, ਬਾਹਰ ਫਿਰਦਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠਾ ਹੋਇਆ ਵੀ ਜੇ ਸ਼ਬਦ ਨੂੰ ਨਹੀਂ ਸੁਣਿਆ, ਸ਼ਬਦ ਨਾਲ ਨਹੀਂ ਜੁੜਿਆ, ਸ਼ਬਦ ਸੁਰ ਦਾ ਮੇਲ ਨਹੀਂ ਹੋਇਆ, ਤਾਂ ਗੁਰੂ ਕੋਲੋਂ ਹਜ਼ਾਰਾਂ ਮੀਲ ਦੂਰ ਹੈ, ਹਜ਼ਾਰਾਂ ਮੀਲ ਦੂਰ ਹੈ। ਗੁਰੂ ਨਾਲ ਨਹੀਂ ਜੁੜਿਆ, ਗੁਰੂ ਨਹੀਂ ਮਿਲਿਆ। ਜਿੰਨਾ ਚਿਰ ਵਾਹਿਗੁਰੂ ਦੀ ਕਿਰਪਾ ਨਾ ਹੋਵੇ, ਸ਼ਬਦ ਸੁਰ ਦਾ ਮੇਲ ਨਹੀਂ ਹੁੰਦਾ। ਗੁਰੂ ਦਾ ਮੇਲ ਨਹੀਂ ਹੁੰਦਾ, ਗੁਰੂ ਦਾ ਮਿਲਾਪ ਨਹੀਂ ਹੁੰਦਾ। ਸ਼ਬਦ ਨਾਲ ਜੁੜਨਾ ਹੀ ਗੁਰੂ ਨਾਲ ਜੁੜਨਾ ਹੈ। ਕਿਤਨੇ ਪ੍ਰਚਾਰ ਹੋ ਰਹੇ ਨੇ, ਕਿਤਨੇ ਦੀਵਾਨ ਹੁੰਦੇ ਨੇ, ਕਿਤੇ ਸ਼ਤਾਬਦੀਆਂ ਮਨਾਈਆਂ ਜਾ ਰਹੀਆਂ ਨੇ, ਕਿਤੇ ਦਰਬਾਰ, ਕਿਤੇ ਕੋਈ ਹੋ ਰਿਹਾ ਹੈ, ਪਰ ਅਸਲ ਲੋਕਾਂ 'ਤੇ ਕੀ ਪੈ ਰਿਹਾ? ਅਸਰ ਇਹ ਪੈ ਰਿਹਾ ਹੈ ਲੋਕਾਂ 'ਤੇ, ਸਾਡੇ ਨੌਜਵਾਨ 80% ਸਿਰ ਮਨਾ ਰਹੇ ਨੇ। ਕੋਈ ਅੰਮ੍ਰਿਤ ਛਕਣ ਲਈ ਤਿਆਰ ਨਹੀਂ ਹੈ। ਸਵਾਲ ਕਰਦੇ ਨੇ ਕੀ ਫਾਇਦਾ ਅੰਮ੍ਰਿਤ ਛਕਣ ਦਾ, ਦੱਸੋ ਕੀ ਲਾਭ ਹੈ, ਕੀ ਫਾਇਦਾ ਹੋਵੇਗਾ ਕਿਸੇ ਰੱਖਣ ਦਾ, ਡਰ ਰੱਖਣ ਦਾ ਕੀ ਫਾਇਦਾ ਹੈ? ਸਵਾਲ ਕਰਦੇ ਨੇ ਉਲਟੇ ਉਲਟੇ। ਇਸ ਬਾਣੀ ਪੜ੍ਹਨ ਦਾ, ਕੀਰਤਨ ਦਾ, ਵਾਰਨ ਦਾ, ਇਹਨਾਂ ਸ਼ਤਾਬਦੀਆਂ ਦਾ ਕੀ ਅਸਰ ਹੋ ਰਿਹਾ ਹੈ ਵੇਖਿਆ ਜਾਵੇ ਤਾਂ
उसका कारण की है कि शब्द सुर का मेल नहीं है। बस एवें वाह 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 है, दुनिया दिखाने वास्ते इन्ना इकट्ठ किया, इन्ना इकट्ठ किया, इन्ना वड्डा समागम होया, इन्ने बड़े लंगर चले, आ कुछ होया, आ कुछ होया, सिर्फ दिखावे दिखावा है, कुछ भी नहीं है। शब्द नाल जुड़िया होया एक भी लखन जोड़ दिंदा है, जुड़िया होया होवे, मगर कीर्तन दे जोड़ दिंदा है, हर कथा दे जोड़ दिंदा है। भाई कन्हैया जी ने मैं सेवा राम ने कहा कि शिवराम जो बख्शिश मेरे तो गुरु गोबिंद सिंह साहब की गुरु तेग बहादुर की हुई है, सब जीवां की सेवा करनी, परमेश्वर समझ करके जल छकावना, मलम पट्टी करनी, दुख से दुख दूर करने, ये सेवा तुम संभाल। सत वचन तुर पे, कोई कीर्तन नहीं किया, कोई कथा नहीं की, कोई सत्संग नहीं किया, तुरदे फिरदे जा वड़े नूरपुर थल मैं सेवाराम वेख्या मुसलमानों का टिवाणिया का राज है, रियासत है, किला है नवाब का, किले के अंदर खूह है, बाहर के लोग पानी तो औखे हैं, किला बंद होवे, अंदर जा नहीं सकते, बाहर छप्पड़ का पानी पीते हैं, टोह का पानी पीते हैं, गंदा पानी पीते हैं। उन लोगों ने कहा भले लोगों औखे होंदे हो अपना खूह ला लो, पर किसी कितनी जरूरत खूह लावन की, असी बार गरीब हाँ, असी कितों ला सकते हाँ, राजे महाराजा का काम है खूह लावने, नवाबों का काम है। तो वह सेवा राम ने कोई प्रचार नहीं किया, कुछ नहीं किया, किसी घरों कई मंगी तो कल ही अरदास करके खूह पढ़ना शुरू कर दिता। पट्टी गए, पट्टी को लंघी, बाबा जी की कर दो, मैं खूह पढ़ रहा, बस के लंघ जावे कि माहौल करके लंघ जावे, बाबा मस्ताना होया है, बाबा ने कुछ होया है, बाबा कुछ किराए को होया है, कई जन गल्ला बाबा लगा रहा कल ही 10-12 दिन चंगा टोआ पट के ले गए 8-9 फुट, लोका वेख्या कला बंदा इन्ना कम कर गया है, सारे नाल हो जाइए तो खूह लग सकता है। लोग वेख के बाबे की इस कमाई नूं टोहे पट्टण की कथा नहीं, कोई कीर्तन नहीं, कुछ नहीं, सिर्फ टोहे पट रहे हैं, सब नाल लग पे, सारा शहर नाल लग पाया, एक महीने खूह लग गया, जयकार हो गई। टिवाणिया के मुकाबले ते एक फकीर ने खूह लगा दिता है, साधु ने खूह ला दिता है। ये टिवाणे वो सन जो पाकिस्तान बनया है 1947 में, तो उस वेले पंजाब का चीफ मिनिस्टर सी खिजर हयात खान टिवाणा, इन्हां दी रियासत सी, उन्होंने मुकाबले ते खूह लवा देना भाई सेवाराम जी ने, एक करामात है। सारा शहर मगर हो गया, धन भाई सेवाराम, धन भाई सेवाराम, धन भाई सेवाराम पे हो गए, सत्संग होने लग पे, कीर्तन होने लग पे, कथा होने लग पई। ये प्रचार है, साधु का जीवन ही प्रचार है।
ਜਿਹੜੇ ਜੁੜੇ ਹੋਏ ਨੇ। ਜੁੜਨਾ ਹੀ ਪ੍ਰਚਾਰ ਹੈ। ਜੇ ਜੁੜੇ ਨਹੀਂ ਹਨ ਸਮੇਂ ਫਜ਼ੂਲ ਹੈ। ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ। ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਪੂਰਾ ਗੁਰ ਮਿਲਦਾ ਹੈ। ਵਾਹਿਗੁਰੂ ਦੀ ਕਿਰਪਾ ਬਗੈਰ ਸ਼ਬਦ ਸੁਰ ਦਾ ਵੇਲ ਨਹੀਂ ਹੁੰਦਾ। ਤੇ ਗੁਰੂ ਸ਼ਬਦ ਕੀ ਕਰਦਾ ਹੈ? ਇਹ ਜੀਓ ਬਹੁਤੇ ਜਨਮ ਭਰਮਿਆ, ਇਹ ਜੀਵ ਆਤਮਾ ਜੋ ਅਨੇਕਾਂ ਜੂਨ 'ਚ ਭਰਮਦੀ ਫਿਰਦੀ ਹੈ, ਕਦੇ ਕਿਸੇ ਜੂਨ 'ਚ, ਕਦੇ ਕਿਸੇ ਜੂਨ 'ਚ, ਕਦੇ ਕਿਸੇ ਜੂਨ ਵਿੱਚ 84 ਦੀ ਗੇੜੀ ਪਈ ਹੋਈ ਹੈ। ਤਾਂ ਸਤਿਗੁਰ ਸ਼ਬਦ ਸੁਣਾਇਆ ਤਾਂ ਸਤਿਗੁਰ ਜਿਹੜਾ ਹੈ ਸ਼ਬਦ ਨਾਲ ਜੋੜ ਦਿੰਦਾ ਹੈ, ਸ਼ਬਦ ਸੁਣਾ ਦਿੰਦਾ ਹੈ। ਜੋ ਸ਼ਬਦ ਸੁਣਿਆ ਸਤਿਗੁਰ ਦਾ, ਮਨ ਨਾਲ ਮੇਲ ਹੋ ਗਿਆ, ਮਿਲ ਜਾਂਦਾ ਹੈ, ਇੱਕ ਮਿਕ ਹੋ ਜਾਂਦਾ ਹੈ। ਇੱਕ ਸ਼ਬਦ ਸੁਣਨ ਦੇ ਨਾਲ ਹੀ, ਇੱਕ ਸ਼ਬਦ ਸੁਣਨ ਨਾਲ, ਇੱਕ ਭਜਨ ਸੁਣਨ ਦੇ ਨਾਲ ਹੀ ਮੇਲ ਹੋ ਜਾਂਦਾ ਹੈ। ਬਾਬਾ ਜਗਤਾ ਸਾਹਿਬ ਮਹਾਰਾਜ ਮਾਂ ਕੇ ਲਾਂਗਰੀ ਨੇ ਕਿਹਾ, ਬਾਬਾ ਜਗਤਾ ਜੀ ਅੱਜ ਲੰਗਰ 'ਚ ਆਟਾ ਕੋਈ ਨਹੀਂ, ਅੱਜ ਲੰਗਰ ਨਹੀਂ ਪੱਕਿਆ, ਨਾ ਦਾਲ ਹੈ ਨਾ ਆਟਾ ਹੈ, ਤੁਸੀਂ ਕੁਝ ਰੱਖਦੇ ਨਹੀਂ ਹੋ, ਜੋ ਚਾਹੁੰਦੀ ਵੰਡ ਦਿੰਦੇ ਹੋ ਲੋਕਾਂ ਨੂੰ, ਦੱਸੋ ਕੀ ਕਰੀਏ? ਬਾਬਾ ਜਗਤਾ ਗੱਲ ਸੁਣ ਕੇ ਨਾ ਬੜੇ ਖੁਸ਼ ਹੋਏ, ਨੱਚਣ ਲੱਗ ਗਏ ਅਤੇ ਮੌਜ ਬਣੀ ਹੈ। ਅੱਜ ਸਾਰੇ ਘਰ ਬਾਬਾ ਨਾਂਗਾ ਹੈ, ਜਾਂ ਭੁੱਖ ਨਾਂਗਾ ਆਈ, ਰੋਟੀ ਨਹੀਂ ਪੱਕੀ, ਪਰ ਚੰਗਾ ਹੋਇਆ, ਬੜਾ ਚੰਗਾ ਹੋਇਆ। ਸਾਰੇ ਹੈਰਾਨ ਹੋ ਗਏ, खुश है बाबा जगता। आज सारे घर भुख नंग आइए, पता लगा लोगों को आज लंगर नहीं पकया तो लोग लंगर घर में कोई परौंठे पका के ले आया, कोई सिवें बना के ले आया, कोई कुछ बना के ले आया, आग साधु में छकाए। बाबा जगते लोगों क्या बाबा जी तुम की करते देखो, तुम घर घर डेरे डेरे कुछ ही नहीं रखते, सब वंड देंदे हो, अज लंगर नहीं पकया, कोई खाना को साधुओं का। बाबा जगता कहते ने मैंने पता है साधु भूखे नहीं रहते, देखो जो पता लगा है लोगों को साधु लंगर नहीं पकया, साधुओं वास्ते तो परौंठे आ गए ने, मुसलियाँ आ गई ने, मक्खन आ गए ने, दही आ गई ने, इन्हें गरीब में कौन खवांदा है? मैं पता है साधु भूखे नहीं रहते, गरीब में कौन नहीं खवांदा। ये गल जोड़ दिंदा है, ये शब्द जोड़ दिंदा है। साधु भूखे नहीं रहते, जुड़ गए, सारे जुड़ गए। बाकी महाराज साधु भूखे नहीं रहते, वाहिगुरू तां दंद भन के अंदर पांदा है। इधर कीर्तन किया भाई सहज राम ने लाहौर बाडन साहब के कोल, इस विषय उत्ते कि सिर से रिजक संभाहे ठाकर काहे मन भव करया। सब की पालना करने वाला वाहिगुरू है। ऊड़े ऊड़ावे से कोसा तो पाछे बचे छड़िया। बाद जगह चल पईयां तो उद्यम तो करना ही पैंदा है, हथ पे तो हिलाना ही पैंदा है। रब आपे तो आके मुझ नहीं पा दिंदा। तो सुभावक बैडन साहब ने कह दिता रब तो दंद भन के अंदर पांदा है।
ਇਹ ਗੱਲ ਸੁਣ ਕੇ ਮੈਂ ਸਹਿਜ ਰਾਮ ਬੜੇ ਵਿਦਵਾਨ ਸਨ, ਨੇ ਬੜੀ ਪੁਸਤਕਾਂ ਲਿਖੀਆਂ ਨੇ, ਆਸਾ ਵਰੀਆਂ, ਪਰਚੀਆਂ ਭਾਈ ਕਨਈਆ, ਪਰਚੀਆਂ ਭਾਈ ਸੇਵਾ ਰਾਮ, ਪਰਚੀਆਂ ਭਾਈ ਅੱਡਣ ਜੀ, ਬੜੇ ਵਿਦਵਾਨ ਸਨ। ਤਰ੍ਹਾਂ ਤਰ੍ਹਾਂ ਘੰਟੇ ਕੀਰਤਨ ਕਰਦੇ ਦੀ ਬਾਣੀ ਯਾਦ ਸੀ। ਹੁਣ ਸੰਸਾ ਹੋ ਗਿਆ ਕਿ ਬੰਦਾ ਖਾਣ ਲਈ ਤਿਆਰ ਹੀ ਨਾ ਹੋਵੇ, ਰੱਬ ਦੰਦ ਭਨ ਕੇ ਅੰਦਰ ਕਿਵੇਂ ਪਾਵੇਗਾ। ਨਾਲ ਇਹ ਖਿਆਲ ਕਿ ਜੋ ਮਹਾਂਪੁਰਖ ਬੋਲ ਰਹੇ ਨੇ ਬੱਡਣ ਸਾਹਿਬ ਸਤ ਕਹਿ ਰਹੇ ਨੇ, ਇਹਨਾਂ ਦੇ ਕਹਿਣ ਸਤ ਹੈ। ਸਾਧੂ ਅੰਥਾ ਨਹੀਂ ਬੋਲਦਾ, ਜੋ ਸਾਧੂ ਬੋਲਦਾ ਹੁੰਦਾ ਸਤ ਬੋਲਦਾ ਹੈ, ਅੰਥਾ ਨਹੀਂ ਹੈ। ਇਹਨਾਂ ਬੱਚਿਆਂ ਨੂੰ ਇਹ ਅੰਥਾ ਨਹੀਂ ਹੈ, ਸੱਚ ਹੈ। ਵੇਖੀ ਤਾਂ ਸਹੀ, ਮਨ ਸੰਸਾ ਪੈਦਾ ਹੋ ਗਿਆ, ਵੇਖੀ ਤਾਂ ਸਹੀ ਗੱਲ ਸੱਚੀ ਹੈ। ਤੋ ਸੰਸਾਰ ਨਿਵਰਤ ਕਰਨ ਦੇ ਲਈ ਸ਼ਾਮ ਦੇ ਵੇਲੇ ਚਾਦਰ ਚੁੱਕੀ ਬਾਹਰ ਚਲੇ ਗਏ, ਡੇਰਾ ਛੱਡ ਕੇ ਜੰਗਲ ਵਿੱਚ ਦੂਰ ਜਾ ਕੇ ਬਹਿ ਗਏ ਜੰਗਲ ਵਿੱਚ। ਅੱਜ ਵੇਖਦਾ ਇੱਥੇ ਰੱਬ ਸਾਨੂੰ ਕਿਵੇਂ ਖਵਾਉਂਦਾ ਹੈ। ਨਾ ਲੰਗਰ ਰਹਿੰਦੇ ਹਾਂ, ਨਾ ਲੰਗਰ ਜਾਂਦੇ ਹਾਂ, ਅਤੇ ਨਾ ਡੇਰੇ 'ਚ ਰਹਿੰਦੇ ਹਾਂ, ਬਾਹਰ ਜਾ ਕੇ ਬਹਿ ਗਏ। ਵੇਖੀਏ ਰੱਬ ਕਿਵੇਂ ਖਵਾਉਂਦਾ ਹੈ। ਬੈਠੇ ਸਿਮਰਨ ਕਰਦੇ ਰਹੇ। ਦਿਨ ਛਿਪ ਗਿਆ, ਡੇਰਾ ਪੈ ਗਿਆ, ਪਰ ਪਾਠ ਕਰਦੇ ਰਹੇ। ਕੁਦਰਤੀ ਇੱਕ ਬਰਾਤ ਜਾ ਰਹੀ ਸੀ, ਰਸਤਾ ਭੁੱਲ ਗਏ। ਭੁੱਲ ਜਾਏ ਰਸਤਾ। ਪੁਰਾਣੇ ਸਮੇਂ ਰਸਤੇ ਹੁੰਦੇ ਨਹੀਂ ਸਨ। ਅੱਜ ਕੱਲ੍ਹ ਵੀ ਜਿੱਥੇ ਕਿ ਨੰਬਰ ਲੱਗੇ ਹੋਏ ਨੇ, ਥਾਂ ਥਾਂ 'ਤੇ ਬੋਰਡ ਲੱਗੇ, ਉੱਥੇ ਬੰਦਾ ਭੁੱਲ ਜਾਂਦਾ ਹੈ। ਅਮਰੀਕਾ ਵਰਗੇ ਸ਼ਹਿਰਾਂ ਵਿੱਚ ਵੀ ਰਸਤੇ ਨਹੀਂ ਲੱਭਦੇ, ਪੁੱਛਣੇ ਪੈਂਦੇ ਨੇ। ਤਾਂ ਭੁੱਲ ਗਏ ਰਸਤੇ, ਬਰਾਤ ਰਸਤਾ ਭੁੱਲ ਗਈ। ਉੱਥੇ ਆ ਕੇ ਛੱਪੜ ਪਾਣੀ ਦਾ ਸੀਗਾ, ਵਿੱਚ ਪਾਣੀ ਸ਼ਾਣੀ ਪੀਓ ਅਤੇ ਰਸਤਾ ਵੇਖਦੇ ਹਾਂ। ਰਾਹ ਵੇਖਣ ਲੱਗੇ, ਕੁਝ ਬੰਦੇ ਫਿਰਨ ਤੁਰਨ ਲੱਗੇ ਅਤੇ ਵੇਖਿਆ ਵੀ ਉਹ ਉੱਚੀ ਥਾਂ 'ਤੇ ਕੋਈ ਚਿੱਟੀ ਚੀਜ਼ ਹੈ। ਪੈਸਾ ਜਰਾ ਬੈਠੇ ਸਨ ਚਾਦਰ ਤਾਣ ਕੇ, ਉਹ ਵੇਖੀ ਕੀ ਹੈ। ਚਲੇ ਗਏ ਉੱਧਰ, ਵੇਖਿਆ ਬਾਦਸ਼ਾਹ ਜੀ ਰਾਮ ਨੇ ਬੰਦੇ ਆ ਰਹੇ ਨੇ। ਪਹਿਲੇ ਬੈਠੇ ਸਨ, ਫਿਰ ਲੰਬੇ ਪੈ ਗਏ ਚਾਦਰ ਤਾਣ ਲਈ ਉੱਤੇ। ਇਹ ਪਹੁੰਚੇ, ਜਾ ਕੇ ਵੇਖਿਆ ਕੋਈ ਬੰਦਾ ਪਿਆ ਹੈ। ਮੋਜਾ ਮਾਰੀਆਂ, ਪਰ ਜਾਗਦੇ ਕੌਣ ਜਗਾਏ। ਜਾਗਦੇ ਸਨ, ਦਲ ਵੱਟ ਗਏ। ਉਹਨਾਂ ਕੱਪੜੋਂ ਚਾਦਰ ਲਾਈ, ਵੇਖਿਆ ਮੂੰਹ ਤਾਂ ਸਾਹ ਚੱਲਦੇ ਪਏ ਨੇ, ਸਰੀਰ ਗਰਮ ਹੈ ਅਤੇ ਸਾਹ ਹੀ ਆ ਜਾ ਰਹੇ ਨੇ। ਪਤਾ ਨਹੀਂ ਬੋਲਦਾ ਕਿਉਂ ਨਹੀਂ, ਹਿਲਾਇਆ ਜੁਲਾਇਆ, ਕੱਢੇ ਨਹੀਂ ਬੋਲਿਆ। ਸਮਝਿਆ ਵੀ ਗਰਮੀ ਨਾਲ ਨਾ ਬੇਹੋਸ਼ ਹੋਇਆ ਪਿਆ। ਅਤੇ ਆਖਿਆ ਖੜੇ ਬਾਕੀ ਸਾਥੀਆਂ ਨੂੰ ਬੁਲਾ, ਆਓ ਇੱਥੇ ਜਿਹੜੇ ਪਾਣੀ ਲਿਆਓ, ਕਿ ਬੰਦਾ ਬੇਹੋਸ਼ ਪਿਆ ਹੈ, ਤੈਨੂੰ ਜਿੱਦਣ ਕਰੀ ਹੋਸ਼ 'ਚ ਲਿਆਵੀਏ। ਪਾਣੀ ਆ ਗਿਆ। ਇੱਕ ਬੰਦਾ ਕਹਿੰਦਾ ਮੇਰੇ ਕੋਲ ਮਿਸਰੀ ਹੈ, ਘੋਲ ਲਓ, ਸ਼ਰਬਤ ਬਣਾ ਲਓ, ਇਹ ਮੂੰਹ 'ਚ ਪਾਓ ਸ਼ਰਬਤ, ਅਤੇ ਗਰਮੀ ਲੱਗੀ ਹੋਈ ਹੈ, ਹੋਸ਼ ਆ ਜਾਏਗੀ, ਠੀਕ ਹੋ ਜਾਏਗਾ। ਸ਼ਬਦ ਬਣਾਇਆ, ਪੰਮ ਲੱਗੇ ਤਾਂ ਭਾਈ ਸਹਿਜ ਰਾਮ ਦੰਦ ਭੀੜ ਲੈ, ਦੰਦ ਨਾ ਖੋਲਣ। ਇੱਕ ਬੰਦਾ ਕਹਿੰਦਾ ਸੀ ਮਰ ਤਾਂ ਜਾਣਾ ਹੈ, ਇਹ ਦੋ ਦੰਦ ਤੋੜ ਦਿਓ, ਵੀ ਪਾ ਦਿਓ ਸ਼ਰਬਤ, ਸ਼ਾਇਦ ਬਚ ਜਾਵੇ। ਪੱਥਰ ਲਿਆਏ, ਦੰਦ ਤੋੜਨ ਲੱਗੇ। ਦੇਖਿਆ ਭਾਈ ਸਹਿਜ ਰਾਮ ਨੇ, ਭਾਈ ਦੰਦ ਟੁੱਟਣ ਲੱਗੇ। ਪੱਥਰ ਪੂਰਾ ਹੋ ਰਿਹਾ। ਰੱਬ ਦੰਦ ਭੰਨ ਕੇ ਅੰਦਰ ਪਾਲ ਲਗਾ ਹੈ, ਦੰਦ ਤੋੜ ਕੇ ਪਾਲ ਲਗਾ ਹੈ। ਉੜ ਕੇ ਬਹਿ ਗਏ। ਇਹਨੂੰ ਵਾਹਿਗੁਰੂ 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 ਹੋ ਕੇ ਪਛਾਣ ਲਿਆ। ਭਾਈ ਸਹਿਜ ਰਾਮ ਤੁਸੀਂ ਕਿਵੇਂ, ਇਹ ਕੀ ਗੱਲ? ਕਹਿੰਦਾ ਇਹ ਗੱਲ ਹੋਈ ਸੀ ਜੀ ਡੇਰੇ ਵਿੱਚ, ਕਿੱਧਰ ਹੋਇਆ ਸੀ। ਅਤੇ ਮੈਂ ਅੱਡਣ ਸਾਹਿਬ ਨੇ ਕਹਿ ਦਿੱਤਾ ਸੀ ਕਿ ਰੱਬ ਦੰਦ ਭੰਨ ਕੇ ਅੰਦਰ ਪਾਉਂਦਾ ਹੈ। ਮਨ ਸੰਸਾ ਹੋ ਗਿਆ, ਕਿਵੇਂ ਹੋ ਸਕਦਾ ਹੈ। ਵੇਖਣਾ ਚਾਹੁੰਦਾ ਸਾਂ, ਇਹ ਗੱਲ ਠੀਕ ਹੈ, ਵੇਖ ਲਈਏ ਕਿ ਵਾਕਈ ਠੀਕ ਦੰਦ ਰੱਬ ਭੰਨ ਕੇ ਅੰਦਰ ਪਾਉਂਦਾ ਹੈ। ਇਹ ਹੈ ਪ੍ਰਚਾਰ, ਇਹ ਪ੍ਰਚਾਰ ਹੈ। ਸ਼ਬਦ ਨਾਲ ਜੋੜਨਾ, ਸ਼ਬਦਾਂ ਜੋੜ ਦਿੰਦਾ ਹੈ ਗੁਰੂ। ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਸ਼ਬਦ ਸੁਣਾ ਦਿੰਦਾ ਹੈ।
श्री सतगुरु जी बड़ा दाता कौन है? सतगुरु जी ने बड़ा दाता कोई नहीं है। सब सुनियो लोक सवाया, ए दूर दे लोगों सारे सुन लो इस बात चंगी तरह कि सतगुरु मिलिए सच पाया। सतगुरु दे मिले सच ईश्वर की प्राप्ति, ब्रह्म की प्राप्ति होवेगी। जिन विचों आप गवाया, जिन्होंने शब्द सुन के कुछ होमन कढ़िया है, तो वही जिन सचो साचे बुझाया, वही सच्चे हैं, सच नाल जुड़े हैं, जिन सच ने बुझिया है। शब्द नाल जुड़े ने, गुरु ने शब्द नाल जोड़िया है, अंदर होमे नूं कढ़िया है। गुरु अंदर होमे कढ़ दिंदा है, होमे कढ़ के शब्द नाल जोड़ दिंदा है, सच्चे नाल जोड़ दिंदा है। इसलिए कहते हैं कि गुरु तो बगैर, वागुरू की कृपा बगैर गुरु नहीं मिलता। और गुरु की करता है, गुरु अंदर होमे कढ़ के सच नाल जोड़ दिंदा है, जीवन सफला कर दिंदा है। इस वगे पौड़ी नंबर 5 विच दसदे ने गुरु की उपदेश दिंदा है, गुरु की व्याख्या करता है, की सिक्ख्या दिंदा है, किवें समझाता है, ये दस के ते पौड़ी नंबर 6 क्या है कि मैंने सतगुर किड़े ना पायो, मैंने सतगुर किड़े ना पाया। गुरु तो बगैर आज तक रब किसे नहीं पाया, ना को पा सकेगा। गुरु बगैर इसकी प्राप्ति नहीं होगी। वाहगुरू की कृपा बगैर गुरु नहीं मिलता, तो गुरु की कृपा बगैर वाहगुरू नहीं मिलता। गुरु किवें मिलांदा है, क्यों जोड़ता है, की उपदेश दिंदा है, ये पौड़ी 5 विच उपदेश है, सिक्ख्या है। तो सवेरे मिल के विचार करांगे जिंदे रह तां 5वीं पौड़ी की गुरु किस तरह जोड़ता है, कि किवें होमे कढ़दा है, इन्हूं कि सच नाल जोड़ता है, जीव सफला करता है। समा हो गया, समाप्ति है। भुलां चूकां माफ। वाहिगुरू जी का खालसा, वाहिगुरू जी की फतेह।